बिस्मिल्लाहिर्रहमानिर्रहीम। अस्सलाम वालेकुम वरहमतुल्लाहि वबरकातुह। मैं तुहाडे सामने किस्सा पूरन भगत पेश कर रहा। अज इहदा तीसरा हिस्सा है, पार्ट 3। तीसरी सी हरफी जिहड़ी है वो मैं किस्सा पूरन भगत दी तुहाडे सामने पेश कर रहा। किस्सा पूरन भगत पंजाब दी वो महान कहानी है जिहड़ी हज़रत ईसा अलैहिस्सलाम तो भी 1500 साल पहले दी। पूरन भगत दा किस्सा पंजाब दी बड़ी एक क्लासिकल दास्तान है। ये अज तो तकरीबन 3000 साल पहले दी ये पंजाब दी एक दास्तान है। इस वक्त इस हित्ते ते ना तो ईसाईयत सी ते ना ही कोई इस्लाम दा वजूद सी, बल्कि कुछ रवाया च भी आउंदा है कि इस जमाने कि बुद्ध मजहब ते हिंदू मजहब तो भी पहले दा है। बरतानवी माहर बशरियात RC टैंपल ने 1886 दे विच एक छाया होने वाली किताब पंजाब दी लोक कहानियां सियालकोट दे एक राजा सलवान दा वाकया जिहड़ा है उहदा जिक्र किया। राजा सलवान सियालकोट दा एक राजा सी। इस दी दो राणियां सन, एक दा नाम इछरा सी ते दूसरी दा नाम लूणा सी। इस राजे दी औलाद नहीं सी है। काफ़ी देर ਇਹਦੇ ਘਰ औलाद नहीं हुई। ਉੱਥੋਂ कोई ਸੰਤਾਂ ਦਾ ਸਾਧੂਆਂ ਦਾ ਗੁਜ਼ਰ ਹੋਇਆ ਤੇ ਰਾਜਾ ਸਲਮਾਨ ਉਹਨਾਂ ਨੂੰ ਮਿਲਿਆ, ਉਹਨਾਂ ਦੀ ਬੇਨਤੀ ਕੀਤੀ, ਉਹਨਾਂ ਨੂੰ ਔਲਾਦ ਵਾਸਤੇ ਦੁਆ ਦਾ ਕਿਹਾ। ਉਹਨਾਂ ਦੁਆ ਦਿੱਤੀ ਤੇ ਉਹਨੂੰ ਅੱਲਾਹ ਤਾਲਾ ਨੇ ਇੱਕ ਬੇਟਾ ਦਿੱਤਾ ਜਿਹਦਾ ਨਾਮ ਪੂਰਨ ਸੀ। ਪੂਰਨ ਜਿਹੜਾ ਹੈ ਉਹ ਇਛਰਾ ਚ ਸੀ ਤੇ ਉਹ ਬੜਾ ਖੂਬਸੂਰਤ ਤੇ ਬੜਾ ਹਸੀਨ ਸੀ। ਉਹ ਚੰਦੇ ਆਫਤਾਬ ਤੇ ਚੰਦੇ ਮਹਤਾਬ ਸੀ। ਉਹਦੀ ਸੁਤੇਲੀ ਮਾਂ ਜਿਹੜੀ ਜਿਹਦਾ ਨਾਂ ਲੂਣਾ ਸੀ, ਜਦੋਂ ਉਹ ਪੂਰਨ ਨੂੰ ਦੇਖਦੀ ਹੈ ਉਹਦੇ ਹੁਸਨ ਸ਼ਬਾਬ ਨੂੰ ਤਾਂ ਉਹਦੇ ਤੇ ਫਰੇਫਤਾ ਹੋ ਜਾਂਦੀ ਹੈ ਤੇ ਪੂਰਨ ਨੂੰ ਉਹ ਬਹਿਕਾਨ ਦੀਆਂ ਬੜੀਆਂ ਕੋਸ਼ਿਸ਼ਾਂ ਕਰਦੀ ਹੈ, ਲੇਕਿਨ ਉਹਦੀਆਂ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਨਾਕਾਮ ਹੁੰਦੀਆਂ ਨੇ, ਕਿਉਂਕਿ ਪੂਰਨ ਭਗਤ ਜਿਹੜਾ ਹੈ ਉਹ ਨੇਕ ਬੰਦਾ ਸੀ। ਜਦੋਂ ਪੂਰਨ ਦੀ ਸੁਤੇਲੀ ਮਾਂ ਲੂਣਾ ਨੂੰ ਬਹਿਕਾਨ 'ਚ ਨਾਕਾਮ ਹੋਈ ਤੇ ਉਹਨੇ ਆਪਣੇ ਪਤੀ ਆਪਣੇ ਪੂਰਨ ਦਾ ਜਿਹੜਾ ਬਾਪ ਸੀ ਰਾਜਾ ਸਲਵਾਨ ਉਹਦੇ ਅੱਗੇ ਪੂਰਨ ਦੀ ਸ਼ਿਕਾਇਤ ਕੀਤੀ ਤੇ ਉਹਦੇ ਵਿੱਚ ਉਹਦੇ ਤੇ ਇੱਕ ਬਹੁਤ ਵੱਡਾ ਝੂਠਾ ਔਰ ਬੜਾ ਗਲਤ ਕਿਸਮ ਦਾ ਉਹਦੇ ਤੇ ਇਲਜ਼ਾਮ ਲਾਇਆ ਕਿ ਇਹ ਜਿਹੜਾ ਹੈ ਇਹ ਮੇਰੇ ਤੇ ਹੱਥੀ ਪਿਆ ਹੈ ਔਰ ਇਹਨੇ ਮੇਰੇ ਨਾਲ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ। ਰਾਜਾ ਸਲਮਾਨ ਜਿਹੜਾ ਹੈ ਉਹ ਪੂਰਨ ਦੀ ਸੁਤੇਲੀ ਮਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਤੇ ਉਹਨੇ ਹੁਕਮ ਜਾਰੀ ਕੀਤਾ ਔਰ ਉਹਦੇ ਵਿੱਚ ਉਹਨੇ ਪੂਰਨ ਨੂੰ ਬੜੀ ਸਖਤ ਕਿਸਮ ਦੀ ਸਜ਼ਾ ਦਿੱਤੀ। ਉਹਨੇ ਹੁਕਮ ਕੀਤਾ ਕਿ ਪੂਰਨ ਦੇ ਹੱਥ ਪੈਰ ਕੱਟ ਕੇ ਵੱਢ ਕੇ ਇਹਨੂੰ ਖੂਹ 'ਚ ਸੁੱਟ ਦਿਓ। ਇੰਝ ਹੀ ਕੀਤਾ ਗਿਆ। ਪੂਰਨ ਨੂੰ ਉਹਦੇ ਹੱਥ ਪੈਰ ਕੱਟ ਕੇ ਤੇ ਉਹਨੂੰ ਖੂਹ 'ਚ ਸੁੱਟ ਦਿੱਤਾ ਗਿਆ। ਰਵਾਇਤ 'ਚ ਆਉਂਦਾ ਹੈ ਕਿ ਕਈ ਬਰਸ 12 ਸਾਲ ਤੱਕ ਜਿਹੜਾ ਹੈ ਉਹ ਪੂਰਨ ਉਸ ਖੂਹ 'ਚ ਰਿਹਾ। ਇੱਕ ਰੋਜ਼ ਉੱਥੋਂ ਬਾਬਾ ਗੋਰਖਨਾਥ ਦਾ ਗੁਜ਼ਰ ਹੋਇਆ। ਬਾਬਾ ਗੋਰਖਨਾਥ ਜਿਹੜਾ ਹੈ ਇਹ ਮਛਿੰਦਰ ਨਾਥ ਦਾ ਚੇਲਾ ਹੈ
ਤੇ ਬਾਬਾ ਬਾਲ ਨਾਥ ਦਾ ਇਹ ਗੁਰੂ ਹੈ। ਉੱਥੋਂ ਖੂਹ ਦੇ ਕੋਲ ਇਹਦਾ ਗੁਜ਼ਰ ਹੋਇਆ। ਇਹਨਾਂ ਨੇ ਉੱਥੇ ਸੜੇ ਚੇਲਿਆਂ ਬਾਬਾ ਗੋਰਖਨਾਥ ਨੇ ਉੱਥੇ ਡੇਰਾ ਲਾ ਲਿਆ, ਉੱਥੇ ਪੜਾਓ ਕੀਤਾ। ਬਾਬਾ ਗੋਰਖਨਾਥ ਜਿਹੜਾ ਹੈ ਉਹ ਇੱਕ ਜਗ੍ਹਾ ਨਹੀਂ ਸੀ ਰਹਿੰਦੇ, ਉਹ ਫਿਰਦੇ ਟੁਰਦੇ ਰਹਿੰਦੇ ਸੀ। ਜਦੋਂ ਉਹਨਾਂ ਨੇ ਪੂਰਨ ਭਗਤ ਦੇ ਖੂਹ ਤੇ ਡੇਰਾ ਲਾ ਲਿਆ, ਉੱਥੇ ਇੱਕ ਚੇਲੇ ਨੂੰ ਉਹਨਾਂ ਨੇ ਪਾਣੀ ਲਈ ਭੇਜਿਆ। ਉਹ ਚੇਲਾ ਜਦੋਂ ਪਾਣੀ ਲੈਣ ਗਿਆ, ਉਹਨੇ ਉਹ ਜਦੋਂ ਪਾਂਡਾ ਬਾਲਟੀ ਉਹਦੇ ਵਿੱਚ ਸੁੱਟੀ ਤਾਂ ਉਹਨੇ ਖੂਹ 'ਚ ਦੇਖਿਆ, ਉਹਦਾ ਧਿਆਨ ਪਿਆ, ਉਹਨੂੰ ਇੱਕ ਮੂਰਤ ਅੰਦਰੋਂ ਸੂਰਤ ਨਜ਼ਰ ਆਈ। ਉਹ ਘਬਰਾ ਗਿਆ, ਉਹ ਖੌਫਜ਼ਦਾ ਹੋ ਗਿਆ। ਉਹ ਖੌਫਜ਼ਦਾ ਹੋ ਕੇ ਦੌੜਦਾ ਆਪਣੇ ਗੁਰੂ ਗੋਰਖਨਾਥ ਕੋਲ ਆਇਆ। ਗੋਰਖਨਾਥ ਨੂੰ ਕਹਿੰਦਾ, ਗੁਰੂ ਜੀ ਮੈਂ ਖੂਹ ਦੇ ਵਿੱਚ ਕਿਸੇ ਬੰਦੇ ਦੀ ਸੂਰਤ ਵੇਖੀ ਹੈ, ਪਤਾ ਨਹੀਂ ਉਹ ਬੰਦਾ ਹੈ ਜਾਂ ਜੇਨ ਨੇ। ਬਾਬਾ ਗੋਰਖਨਾਥ ਤੇ ਚੇਲੇ ਖੂਹ ਤੇ ਆਉਂਦੇ ਨੇ, ਉਹ ਦੇਖਦੇ ਨੇ ਤੇ ਉਹਦੇ 'ਚ ਪੂਰਨ ਨੂੰ ਖੂਹ 'ਚੋਂ ਬਾਹਰ ਕੱਢਦੇ ਨੇ। ਤੇ ਪੂਰਨ ਦੇ ਉਸ ਤਰ੍ਹਾਂ ਹੀ ਹੱਥ ਪੈਰ ਕੱਟੇ। ਬਾਬਾ ਗੋਰਖਨਾਥ ਅੱਲਾ ਦੇ ਹਜ਼ੂਰ ਦੁਆ ਕਰਦਾ ਹੈ ਤੇ ਪੂਰਨ ਦੇ ਜਿਹੜੇ ਹੱਥ ਪੈਰ ਹੁੰਦੇ ਨੇ ਉਹ ਸਾਲਮ ਹੋ ਜਾਂਦੇ ਨੇ। ਫਿਰ ਬਾਬਾ ਗੋਰਖਨਾਥ ਜਿਹੜਾ ਹੈ ਉਹਦੇ ਹੁਕਮ ਦੇ ਨਾਲ ਹੀ ਪੂਰਨ ਭਗਤ ਜਿਹੜਾ ਹੈ ਉਹ ਆਪਣੀ ਸੁਤੇਰੀ ਮਾਂ ਲੂਣਾ ਨੂੰ ਵੀ ਮਿਲਦਾ, ਜਿਹਨੇ ਉੱਤੇ ਇਲਜ਼ਾਮ ਲਾਇਆ। ਉਹਨੂੰ ਇੱਕ ਐਡੀ ਸਖਤ ਕਿਸਮ ਦੀ ਸਜ਼ਾ ਦਿੱਤੀ ਗਈ, ਉਹਨੂੰ ਵੀ ਮਾਫ ਕਰ ਦਿੰਦਾ। ਆਪਣੀ ਮਾਂ ਇਸ਼ਰਾ ਨੂੰ ਵੀ ਮਿਲਦਾ ਔਰ ਆਪਣੇ ਗੁਰੂ ਗੋਰਖਨਾਥ ਦੇ ਹੁਕਮ ਨਾਲ ਉਹ ਰਾਣੀ ਸੁੰਦਰਾ ਕੋ ਵੀ ਜਾਂਦਾ। ਜਿਸ ਖੂਹ 'ਚ ਪੂਰਨ ਭਗਤ ਨੂੰ ਸੁੱਟਿਆ ਗਿਆ ਸੀ, ਉਹ ਖੂਹ ਅੱਜ ਵੀ ਸਿਆਲਕੋਟ 'ਚ ਮੌਜੂਦ ਹੈ। ਸਿਆਲਕੋਟ ਤੋਂ ਕੈਂਟ ਤੋਂ ਤਕਰੀਬਨ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਰੋਲ ਮੌਜੂਦ ਹੈ। ਉੱਥੇ ਇਹ ਖੂਹ ਅੱਜ ਵੀ ਮੌਜੂਦ ਹੈ ਤੇ ਉੱਥੇ ਮੰਦਰ ਵੀ ਮੌਜੂਦ ਹੈ। ਜਦੋਂ ਉਹ ਆਪਣੀ ਸੁਤੇਲੀ ਮਾਂ ਨੂੰ ਲੂਣਾ ਨੂੰ ਮਿਲਿਆ ਤੇ ਉਹਨੂੰ ਉਹਨੇ ਮਾਫ ਕਰ ਦਿੱਤਾ। ਉਹਦੇ ਤੱਕ ਉਹਦੇ ਔਲਾਦ ਨਹੀਂ ਸੀ ਹੈ। ਪੂਰਨ ਭਗਤ ਨੇ ਉਹਦੇ ਵਾਸਤੇ ਦੁਆ ਕੀਤੀ, ਅੱਲਾ ਨੇ ਉਹਨੂੰ ਬੇਟਾ ਅਤਾ ਕੀਤਾ ਜਿਹਦਾ ਨਾਂ ਰਾਜਾ ਰਸਾਲੂ ਸੀ। ਇਹ ਅੱਜ ਵੀ ਜਿੰਨੀਆਂ ਵੀ ਬੇ ਔਲਾਦ ਔਰਤਾਂ ਨੇ ਉਹ ਅੱਜ ਵੀ ਇਸ ਖੂਹ ਤੇ ਜਾਂਦੀਆਂ ਨੇ, ਉੱਥੇ ਨਹਾਉਂਦੀਆਂ ਨੇ, ਨਹਾ ਕੇ ਆਪਣੇ ਕੱਪੜੇ ਜਿਹੜੇ ਉੱਥੇ ਸੁੱਟ ਜਾਂਦੀਆਂ ਨੇ। ਕੁਛ ਰਵਾਇਤ 'ਚ ਜਲਾ ਦਿੱਤੀਆਂ ਨੇ ਤੇ ਉੱਥੋਂ ਨਵੇਂ ਕੱਪੜੇ ਪਹਿਨ ਕੇ ਵਾਪਸ ਆਉਂਦੀਆਂ ਨੇ ਤੇ ਅੱਲਾਹ ਤਾਲਾ ਨੂੰ ਬੇਟਾ ਬੱਚੇ ਅਤਾ ਕਰ ਦਿੰਦਾ। ਇਹ ਰਵਾਇਤ ਅੱਜ ਵੀ ਜਾਰੀ ਹੈ। ਇਹ ਬਹੁਤ ਸਾਰੇ ਲਿਖਾਰੀਆਂ ਨੇ ਇਹ ਕਿੱਸਾ ਜਿਹੜਾ ਇਹ ਪੂਰਨ ਭਗਤ ਦਾ ਲਿਖਿਆ ਹੈ। ਮੈਂ ਜਿਹੜਾ ਕਿੱਸਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ, ਇਹ ਕਾਦਰ ਯਾਰ ਸਾਹਿਬ ਨੇ ਜਿਹੜਾ 5 ਸੀ ਹਰਫੀਆਂ ਦੇ ਵਿੱਚ ਬਿਆਨ ਕੀਤਾ ਹੈ, ਮੈਂ ਉਹ ਪੇਸ਼ ਕਰ ਰਿਹਾ। ਕਾਦਰ ਯਾਰ ਸਾਹਿਬ 19ਵੀਂ ਸਦੀ ਦੇ ਬੜੇ ਮਸ਼ਹੂਰ ਕਵੀ ਸਨ। ਉਹਨਾਂ ਦੀਆਂ ਰਚਨਾ ਵਿੱਚ ਕਿੱਸਾ ਪੂਰਨ ਭਗਤ ਤੇ ਇਲਾਵਾ ਰਾਜਾ ਰਸਾਲੂ, ਕਿੱਸਾ ਸੋਰੀ ਮਹੀਵਾਲ, ਮੇਰਾਜਨਾਮਾ, ਰੋਜ਼ਾਨਾਮਾ, ਇਸ ਤੋਂ ਇਲਾਵਾ ਵੀ ਉਹਨਾਂ ਨੇ ਬਹੁਤ ਸਾਰੀਆਂ ਦਾਸਤਾਨਾਂ ਤੇ ਕਹਾਣੀਆਂ ਲਿਖੀਆਂ। ਜਦੋਂ ਉਹਨਾਂ ਨੇ ਕਿੱਸਾ ਪੂਰਨ ਭਗਤ ਦਾ ਲਿਖਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਤੋਹਫੇ ਦੇ ਵਿੱਚ ਖੂਹ ਦਿੱਤਾ। ਕਾਦਰ ਯਾਰ 1803 ਵਿੱਚ ਕਸਬਾ ਮਾਛੀ ਕੇ ਅਹਿਮਦਾਬਾਦ ਗੁਜਰਾਂਵਾਲਾ 'ਚ ਜੰਮੇ। ਕਾਦਰ ਯਾਰ ਦਾ ਅਸਲ ਨਾਂ ਕਾਦਰ ਬਖਸ਼ ਸੀ।
ਕਾਦਰ ਯਾਰ ਮੀਆਂ ਇਹਨਾਂ ਦਾ ਕਲਮੀ ਨਾਂ ਸੀ। ਇਬਤਦਾਈ ਤਾਲੀਮ ਇਹਨਾਂ ਨੇ ਆਪਣੇ ਪਿੰਡ ਦੀ ਇੱਕ ਮਸਜਿਦ ਤੋਂ ਹਾਸਲ ਕੀਤੀ। ਇਹ ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ, ਲੇਕਿਨ ਕਿਉਂਕਿ ਪੰਜਾਬੀ ਇਹਨਾਂ ਦੀ ਮਾਂ ਬੋਲੀ ਸੀ ਤੇ ਇਹਦੇ ਤੇ ਇਹਨਾਂ ਨੂੰ ਬੜਾ ਅਬੂਰ ਹਾਸਲ ਸੀ। ਇਹਦੇ ਨਾਲ ਨਾਲ ਇਹਨਾਂ ਨੂੰ ਪੰਜਾਬੀ ਆਪਣਾ ਫਾਰਸੀ ਔਰ ਅਰਬੀ ਤੇ ਵੀ ਥੋੜਾ ਬਹੁਤਾ ਅਬੂਰ ਹਾਸਲ ਸੀ। ਕਾਦਰ ਯਾਰ ਸਾਹਿਬ ਨੂੰ ਛੋਟੀ ਉਮਰ ਦੇ ਵਿੱਚ ਹੀ ਕਿੱਸੇ ਕਹਾਣੀਆਂ ਤੇ ਇਸਲਾਮੀ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਕ ਸੀ। ਇਸਲਾਮੀ ਤਾਰੀਖ 'ਚ ਇੱਕ ਤੇ ਇਸਲਾਮੀ ਤਾਰੀਖ ਔਰ ਇਸ਼ਕ ਮੁਹੱਬਤ ਦੀਆਂ ਦਾਸਤਾਨਾਂ ਬੜੇ ਸ਼ੌਕ ਨਾਲ ਪੜ੍ਹਦੇ ਸੀ। ਜ਼ਮੀਂਦਾਰੀ ਦੇ ਕੰਮ ਦੇ ਵਿੱਚ ਉਹਨਾਂ ਦਾ ਐਡਾ ਦਿਲ ਨਹੀਂ ਸੀ ਲੱਗਦਾ, ਬਲਕਿ ਬਿਲਕੁਲ ਹੀ ਕਰਦੇ ਨਹੀਂ ਸੀ। ਉਹਦੀ ਵਜ੍ਹਾ ਨਾਲ ਇਹਨਾਂ ਦੇ ਵਾਲਦ ਤੇ ਇਹਨਾਂ ਦਾ ਭਰਾ ਅਕਸਰ ਇਹਨਾਂ ਦੇ ਗਜ਼ਬਨਾਕ ਰਹਿੰਦਾ ਸੀ। ਇੱਕ ਵਕਤ ਆਇਆ ਤੇ ਕਾਦਰ ਯਾਰ ਮੀਆਂ ਕਾਦਰ ਬਖਸ਼ ਸਾਹਿਬ ਦਾ ਵਾਲਦ ਜਿਹੜਾ ਉਹ ਵਿਸਾਲ ਕਰ ਗਿਆ ਤੇ ਕਾਦਰ ਯਾਰ ਮੀਆਂ ਸਾਹਿਬ ਨੂੰ ਘਰੋਂ ਕੱਢ ਦਿੱਤਾ ਗਿਆ। ਜਦੋਂ ਕਾਦਰ ਮੀਆਂ ਯਾਰ ਸਾਹਿਬ ਨੂੰ ਘਰੋਂ ਕੱਢ ਦਿੱਤਾ ਗਿਆ ਤੇ ਇਹਨਾਂ ਦਾ ਪਿੰਡ ਜਿਹੜਾ ਮਾਛੀ ਕੇ ਸੀ, ਇਹਦੇ ਪਿੰਡ ਦੇ ਬਾਹਰ ਇੱਕ ਖੂਹ ਸੀ। ਇਹਨਾਂ ਉਸ ਖੂਹ ਦੇ ਕੋਲ ਡੇਰਾ ਲਾ ਲਿਆ। ਉੱਥੇ ਇੱਕ ਛੋਟੀ ਜਿਹੀ ਕੁਟੀਆ ਬਣਾਈ, ਉੱਥੇ ਜ਼ਿੰਦਗੀ ਬਸਰ ਕਰਨੀ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਹੀ ਰਹਿ ਕੇ ਇਹਨਾਂ ਨੇ ਕਿੱਸਾ ਪੂਰਨ ਭਗਤ ਦਾ ਹੋਰ ਵੀ ਬਹੁਤ ਸਾਰੀਆਂ ਦਾਸਤਾਨ ਜਿਹੜੀਆਂ ਨੇ ਉੱਥੇ ਲਿਖੀਆਂ। ਮੈਂ ਅੱਜ ਤੀਸਰਾ ਹਿੱਸਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ, ਕਿੱਸਾ ਪੂਰਨ ਭਗਤ ਦਾ ਤੀਸਰੀ ਸੀ ਹਰਫੀ ਪੇਸ਼ ਕਰ ਰਿਹਾ। ਪੂਰਨ ਜਦੋਂ ਗੋਰਖਨਾਥ ਨੂੰ ਉਹਨੂੰ ਖੂਹ ਚੋਂ ਕੱਢਦੇ ਨੇ ਤੇ ਉਹਦੀ ਦੁਆ ਕਰਦੇ ਨੇ ਤੇ ਉਹ ਠੀਕ ਹੋ ਜਾਂਦਾ ਤੇ ਬਾਬਾ ਗੋਰਖਨਾਥ ਨੂੰ ਪੁੱਛਦਾ ਕਿ ਤੇਰੇ ਨਾਲ ਕੀ ਹੋਇਆ ਹੈ ਮਾਮਲਾ। ਤੇ ਉਹ ਸਾਰੀ ਗੱਲ ਜਿਹੜਾ ਪੂਰਨ ਭਗਤ ਬਾਬਾ ਗੋਰਖਨਾਥ ਨੂੰ ਦੱਸਦਾ ਕਿ ਮੇਰੇ ਨਾਲ ਕੀ ਹੋਇਆ। ਆਖ ਸੁਣਾਉਂਦਾ ਗੁਰੂ ਤਾਈ ਕਿਸਾ ਦਰਦ ਫਰਾਕ ਦਾ ਖੋਲ ਕੇ ਜੀ, ਨੇਕੀ ਮਾਈ ਤੇ ਬਾਪ ਦੀ ਯਾਦ ਕਰਕੇ ਸਭ ਗੁਰੂ ਨੂੰ ਦੱਸਦਾ ਫੋਲ ਕੇ ਜੀ। ਗੁਰੂ ਨਾਥ ਜਾਂ ਉਸ ਦੇ ਦਰਦ ਰੋਣਾ ਹੰਝੂ ਰਤ ਦੀਆਂ ਅੱਖੀਆਂ ਡੋਲ ਕੇ ਜੀ। ਕਾਦਰ ਯਾਰ ਸੁਣਾਉਂਦਾ ਗੱਲ ਸਭੋ ਹਾਲ ਦੱਸਿਆ ਮੁਖ ਥੀ ਬੋਲ ਕੇ ਜੀ। ਬਹੁਤ ਸਾ ਲਾਡਲਾ ਜਮਿਆ ਜੀ, ਬਹੁਤ ਸਾ ਲਾਡਲਾ ਜਮਿਆ ਮੈਂ, ਗਤ ਦੋਲੜੀ ਪਾਲਿਆ ਬਾਪ ਮੈਨੂੰ। ਬਾਰੀ ਵਰੀ ਮੈਂ ਗੁਰੂ ਜੀ ਬਾਹਰ ਆਇਆ, ਜਦੋਂ ਹੁਕਮ ਕੀਤਾ ਬਾਬਲ ਆਪ ਮੈਨੂੰ। ਲਾਗੀ ਸਦਕੇ ਕਰਨ ਵਿਆਹ ਲੱਗਾ, ਚੜਿਆ ਸੀ ਗਮ ਦਾ ਤਾਪ ਮੈਨੂੰ। ਕਾਦਰ ਯਾਰ ਮੈਂ ਆਖਿਆ ਬਾਪ ਤਾਈ, ਨਹੀਂ ਭਾਵਦਾ ਇਹ ਸਰਾਪ ਮੈਨੂੰ। ਤੱਕ ਡਿੱਠਾ ਬਾਬਲ ਵੱਲ ਮੇਰੇ, ਦਿਲੋਂ ਸਮਝਿਆ ਮੈਂ ਹੋਈ ਕਹਿਰਵਾਨੀ। ਕਿਉਂ ਰੱਬ ਕਰਾਇਆ ਤੇ ਆਖਿਓ ਸੂ, ਕਰ ਹੁਕਮ ਜ਼ਬਾਨ ਥੀ ਮਿਹਰਬਾਨੀ। ਜਾ ਪੂਰਨਾ ਮਾਂ ਨੂੰ ਟੇਕ ਮੱਥਾ, ਕਰ ਸਮਝਿਆ ਨਾਥ ਜੀ ਹੋਸ਼ਦਾਨੀ। ਕਾਦਰ ਯਾਰ ਮੈਂ ਜਾ ਮਹਿਲ ਵੜਿਆ, ਦੇਖ ਹੋਇਆ ਸੀ ਲੂਣਾ ਦਾ ਸਿਦਕ ਫਾਦੀ। ਸਾਦਕ ਰਹੀ ਨਾ ਵਿੱਚ ਇਸ ਦੇ, ਸਾਬਤੀ ਰਹੀ ਨਾ ਵਿੱਚ ਇਸ ਦੇ। ਮੈਨੂੰ ਪਕੜ ਕੇ ਪਾਸ ਬਹਾਣ ਲੱਗੀ, ਗੁਰੂ ਨਾਥ ਜੀ ਗੱਲ ਨੂੰ ਸਮਝਿਆ ਜੇ। ਪਾੜਾ ਜ਼ਮੀਨ ਅਸਮਾਨ ਚ ਪਾਣ ਲੱਗੀ, ਕਦੀ ਖਿੱਚ ਕੇ ਅੰਦਰੋਂ ਬਾਹਰ ਆਇਆ। ਜਦ ਅਦਰਮ ਡਿੱਠਾ ਜਿੱਦ ਜਾਣ ਲੱਗੀ, ਕਾਦਰ ਯਾਰ ਰਾਤ ਨੂੰ ਆਇਆ ਰਾਜਾ। ਉਹਨੂੰ ਨਾਲ ਸ਼ਾਹ ਨਾਲ ਸਿਖਾਉਣ ਲੱਗੀ। ਜਦੋਂ ਸੁਣੀ ਰਾਜੇ ਗੱਲ ਮੇਰੀ, ਉਸੇ ਵਕਤ ਮੈਨੂੰ ਸਦਵਾ ਕੇ ਜੀ। ਕਹਿਰਵੈਨ ਹੋਏ ਬਾਪ ਦੇ ਨੈਣ ਹੂਨੀ। ਦੱਪਾ ਮਾਰ ਪਾਸ ਬਿਠਲਾਈ ਕੇ ਜੀ, ਉਸੇ ਵਕਤ ਜਲਾਦਾ ਨੂੰ ਆਖਿਆ ਸੋ। ਖੂਹ ਵਿੱਚ ਪਾਓ ਇਹਨੂੰ ਜਾਈ ਕੇ ਜੀ।
ਕਾਦਰ ਮੀਆਂ ਇਸ ਖੂਹ ਅੰਦਰ ਕਰਕੇ ਦਾਹਲ ਮੈਨੂੰ ਆਈ ਕੇ ਜੀ। ਹਾਲ ਸੁਣਾਵਦਾ ਗੁਰੂ ਤਾਈ, ਕਿਹਾ ਵਰਤਿਆ ਇਹ ਨਜ਼ੂਲ ਮੈਨੂੰ, ਮੇਰੇ ਮਾਈ ਤੇ ਬਾਪ ਦੇ ਵਸ ਨਹੀਂ। ਇਹ ਰੱਬ ਵਿਖਾਏ ਹੁਣ ਸੂਲ ਮੈਨੂੰ, ਕਰੋ ਕਰਮ ਭਗਵਾਨ ਦਾ ਵਾਸਤਾ ਜੇ। ਹੋਵਣ ਨੈਣ ਪ੍ਰਾਨ ਵਸੂਲ ਮੈਨੂੰ, ਖੁਸ਼ੀ ਹੋਈ ਗੁਰੂ ਨਾਥ ਤਾਈ। ਜਾ ਪਾ ਕੇ ਪੂਰਿਆ ਤੁਰਤ ਬੀਤਾ, ਹੱਥੀ ਆਪਣੀ ਉਸ ਦੇ ਮੂੰਹ ਲਾਇਆ। ਪਰਦੇ ਖੁੱਲ ਗਏ ਜਦੂ ਗੁੱਟ ਪੀਤਾ, ਫਿਰ ਪਾ ਪੜਦਾ ਗੁਰੂ ਨਾਥ ਹਰਾ। ਪੂਰਨ ਭਗਤ ਤਾਈ ਸਾਵਧਾਨ ਕੀਤਾ, ਕਾਦਰ ਯਾਰ ਆਖੇ ਗੁਰੂ ਪੂਰਨ ਤਾਈ। ਕਾਦਰ ਯਾਰ ਆਖੇ ਗੁਰੂ ਪੂਰਨ ਤਾਈ, ਬੱਚਾ ਪੂਰਨਾ ਜੋਗ ਹੈ ਦੁੱਖ ਰੀਤਾ। ਪੂਰਨ ਦੀ ਯੋਗ ਦੀ ਜਿਹੜੀ ਮੰਗ ਤੇ ਗੁਰੂ ਗੋਰਖਨਾਥ ਦੀ ਜਿਹੜੀ ਪ੍ਰਵਾਨਗੀ ਹੈ ਉਹ ਬਿਆਨ ਕਰਦੇ ਨੇ ਬਹਾਦਰ ਯਾਰ ਮੀਆਂ ਸਾਹਿਬ। ਦੇਣ ਲੱਗੇ ਰੁਖਸਤ ਉਸ ਵੇਲੇ, ਗੁਰੂ ਆਖਿਆ ਬੱਚਾ ਜੀ ਮੁਲਕ ਜਾਵੋ। ਦੇਖੋ ਬਾਪ ਤੇ ਮਾਈ ਨੂੰ ਠੰਡ ਪੋਸੀ, ਦੁੱਖ ਕਟਿਆ ਜਾ ਕੇ ਸੁਖ ਪਾਓ। ਪੂਰਨ ਆਖਦਾ ਬੇਹਸਾਬ ਹੈ ਜੀ, ਕਰਨ ਪਾੜ ਮਿਲੇ ਅੰਗ ਹਾਕ ਲਾਓ। ਕਾਦਰ ਯਾਰ ਪੁਕਾਰਦਾ ਗੁਰੂ ਤਾਈ, ਮਿਹਰਬਾਨਗੀ ਦੇ ਘਰ ਵਿੱਚ ਪਾਓ। ਜ਼ਰਾ ਨਾ ਪੋ ਖਿਆਲ ਮੇਰਾ, ਜ਼ਰਾ ਨਾ ਪਿਓ ਖਿਆਲ ਮੇਰੇ। ਗੁਰੂ ਆਖਿਆ ਜੋਗ ਕਮਾਣ ਔਖਾ, ਫਾਕਾ ਫਕਰ ਤੇ ਸਬਰ ਕਬੂਲ ਕਰਨਾ। ਦੁਨੀਆ ਛੱਡ ਦੇਣੀ ਮਰ ਜਾਣ ਔਖਾ, ਕੌਮ ਮਾਰ ਕੇ ਕ੍ਰੋਧ ਨੂੰ ਦੂਰ ਕਰਨਾ। ਮਨ ਦੀ ਹਿਰਸ ਤਰੋੜਨਾ ਮਾਨ ਔਖਾ। ਕਾਦਰ ਯਾਰ ਆਖੇ ਗੁਰੂ ਪੂਰਨ ਤਾਈ, ਇਸ ਰਾਹ ਦਾ ਮਸਲਾ ਪਾਣ ਔਖਾ। ਰੋਈ ਕੇ ਪੂਰਨ ਹੱਥ ਜੋੜੇ, ਰੋਈ ਕੇ ਪੂਰਨ ਹੱਥ ਜੋੜੇ। ਲੜ ਛੜ ਤੇਰਾ ਕਿਥ ਜਾਵਸਾਂ ਮੈਂ, ਫਕਰ ਫਾਕਾ ਤੇ ਸਫਰ ਕਬੂਲ ਸਿਰ ਤੇ। ਤੇਰਾ ਹੁਕਮ ਬਜਾ ਲਿਆਵਸਾਂ ਮੈਂ, ਕਰੋ ਕਰਮ ਤੇ ਸੀਸ ਪਰ ਹੱਥ ਰੱਖੋ। ਖਿਦਮਤਗਾਰ ਗੁਲਾਮ ਸਦਾਵਸਾਂ ਮੈਂ। ਕਾਦਰ ਯਾਰ ਤਵਾਜ਼ੇ ਹੋਗ ਜਿਹੜੀ, ਟਹਿਲ ਸਾਬਤੀ ਨਾਲ ਕਰਾਵਸਾਂ ਮੈਂ। ਜ਼ੋਰ ਬੇਜ਼ੋਰ ਹੋ ਗੁਰੂ ਅੱਗੇ, ਪੂਰਨ ਆ ਕੇ ਸੀਸ ਨਵਾਵਦਾ ਏ। ਗੁਰੂ ਪਕੜ ਕੇ ਸੀਸ ਤੂੰ ਲਿਟ ਕੁਤਰੀ, ਕੰਨ ਪਾੜ ਕੇ ਮੁਦਰਾ ਪਾਵਦਾ ਏ। ਗੇਰੀ ਰੰਗ ਪੁਸ਼ਾਕਾਂ ਖੋਲ ਬਗਚਾ, ਹੱਥੀ ਆਪਣੀ ਨਾਥ ਪਹਿਨਾਵਦਾ ਏ। ਕਾਦਰ ਯਾਰ ਗੁਰੂ ਸਵਾ ਲੱਖ ਵਿੱਚੋਂ, ਪੂਰਨ ਭਗਤ ਮਹੰਤ ਬਣਾਵਦਾ ਏ। ਸੁਣੋ ਲੋਕੋ ਕਿੱਸਾ ਆਸ਼ਕਾਂ ਦੇ, ਸੁਣੋ ਲੋਕੋ ਕਿਸੇ ਆਸ਼ਕਾਂ ਦੇ। ਜਿੰਨਾ ਯਾਰ ਦੇ ਨਾਂ ਤੂੰ ਜਾਨਵਾਰੀ, ਅੱਖਾਂ ਮੌਤ ਦਾ ਜਾਮ ਕਬੂਲ ਕੀਤਾ। ਪਰ ਸਾਬਤੀ ਦਿਲੂ ਦਾ ਮੋਲ ਹਾਰੀ, ਰੱਬ ਜਦ ਕਦ ਉਹਨਾਂ ਨੂੰ ਬਖਸ਼ਦਾ ਹੈ। ਦੁੱਖ ਦੇਖ ਕੇ ਸੁੱਖ ਦੀ ਕਰੇ ਕਾਰੀ। ਕਾਦਰ ਯਾਰ ਜੇ ਉਸ ਦੇ ਹੋਈ ਰਹੀਏ, ਉਹਨੂੰ ਪਾਉਂਦੀ ਹੈ ਸ਼ਰਮ ਦੀ ਲੱਜ ਸਾਰੀ। ਪੂਰਨ ਦਾ ਸੁੰਦਰਾ ਤੂੰ ਹੈਰ ਲਿਆਉਣਾ, ਕਿਉਂਕਿ ਬਾਬਾ ਗੋਰਖਨਾਥ ਦੇ ਚੇਲਿਆਂ ਨੇ ਉਹਨੂੰ ਕਿਹਾ ਕਿ ਤੂੰ ਲੂੜਾ ਕੋਲ ਖੈਰ ਲੈ ਕੇ ਆਉਣੀ। ਉਹਦੇ ਬਾਰੇ 'ਚ ਬਹਾਦਰ ਯਾਰ ਮੀਆਂ ਸਾਹਿਬ ਲਿਖਦੇ ਨੇ, ਸ਼ਹਿਰ ਬਲਾ ਰਾਣੀ ਸੁੰਦਰਾਂ ਦਾ, ਸ਼ਹਿਰ ਬਲਾ ਰਾਣੀ ਸੁੰਦਰਾਂ ਦਾ। ਪੂਰਨ ਚਲਿਆ ਹਾਕ ਰਮਾਈ ਕੇ ਜੀ, ਕਿਹਾ ਜੋਗੀਆਂ ਜੇ ਤੂੰ ਅੱਜ ਆਵੇ। ਰਾਣੀ ਸੁੰਦਰਾ ਤੇ ਫਤਿਹ ਪਾਈ ਕੇ ਜੀ, ਅੱਗੇ ਕਈ ਜੋਗੀ ਤੇ ਹੋ ਆਏ। ਮਹਿਲਾ ਬੈਠ ਅਲਖ ਜਗਾਈ ਕੇ ਜੀ, ਕਾਦਰ ਯਾਰ ਤੇਰੀ ਸਾਨੂੰ ਖਬਰ ਤਾਈ। ਅਰਜੂ ਕਰੇ ਜੇ ਉਸ ਨੂੰ ਜਾ ਕੇ ਜੀ, ਸਾਹਿਬ ਦਾ ਨਾਮ ਦਿਹਾਈ ਕੇ ਜੀ। ਪੂਰਨ ਆਖਿਆ ਹੁਕਮ ਦੀ ਢਿਲ ਕਾਹੀ, ਗੁਰੂ ਨਾਥ ਫੜਾ ਕੇ ਹੱਥ ਤੂੰਬਾ। ਥਾਪੀ ਪੁਸ਼ਤ ਪਨਾਹ ਦੀ ਮਗਰ ਲਾਈ, ਗੁਰੂ ਆਖਿਆ ਬੱਚਾ ਜੀ
ਮਤ ਸਾਡੀ ਹਰ ਕਿਸੇ ਨੂੰ ਸਮਝਣਾ ਬਹਿਣ ਬਾਈ। ਕਾਦਰ ਯਾਰ ਸੰਭਾਲ ਕੇ ਮੁਲਕ ਫਿਰਨਾ, ਮਤ ਦਾਗ ਨਾ ਸੂਰਤ ਨੂੰ ਲੱਗ ਜਾਈ। ਜ਼ਰੂਰਤ ਜੇ ਕਿਸੇ ਦੀ ਹੁੰਦੀ ਮੈਨੂੰ, ਕਾਹਨੂੰ ਆਪਣਾ ਆਪ ਕੁਹਾਂਦਾ ਮੈਂ। ਤਦੋਂ ਲੂਣਾ ਦਾ ਆਖਿਆ ਮੰਨ ਲੈਂਦਾ, ਖੂਹੇ ਪੈ ਕੇ ਉਹ ਹੱਥ ਵਡਵਾਉਂਦਾ ਮੈਂ। ਹੁਣ ਫੇਰ ਰਹੇ ਤੁਸੀਂ ਆਖ ਮੈਨੂੰ, ਹੁਣ ਫੇਰ ਰਹੇ ਤੁਸੀਂ ਆਖ ਮੈਨੂੰ। ਹਿਰਸ ਹੁੰਦੀ ਤੇ ਮੁਲਕ ਨੂੰ ਜਾਣਦਾ ਸੀ, ਹਿਰਸ ਹੁੰਦੀ ਤੇ ਮੁਲਕ ਨੂੰ ਜਾਣਦਾ ਮੈਂ। ਕਾਦਰ ਯਾਰ ਜੇ ਖੁਸ਼ੀ ਦੀ ਗੱਲ ਹੁੰਦੀ, ਘਰ ਕੇ ਵਿਆਹ ਕਰਾਉਂਦਾ ਮੈਂ। ਤਾਲਿਆ ਵੱਧ ਫਕੀਰ ਪੂਰਨ, ਪਹਿਲੇ ਰੋਜ਼ ਗਦਾ ਨੂੰ ਚਲੇ ਆਈ। ਸ਼ਹਿਰ ਜਾ ਵੜਿਆ ਰਾਣੀ ਸੁੰਦਰਾਂ ਦੇ, ਬੂਹਾ ਰੰਗ ਮਹਲ ਦਾ ਮਲਿਆਈ। ਸੋਹਣੇ ਮੁਖ ਦੀ ਇੱਕ ਆਵਾਜ਼ ਕੀਤੀ, ਰਾਣੀ ਹੈਰ ਗੋਲੀ ਹੱਥ ਗਲੇ ਆਈ। ਕਾਦਰ ਯਾਰ ਗੁਲਾਮ ਬੇਤਾਬ ਹੋਈ, ਸੂਰਤ ਦੇਖ ਸੀਨਾ ਥਰਥਲੇ ਆਈ। ਜ਼ਾਹਰਾ ਗੋਲੀ ਨੂੰ ਕਹੇ ਪੂਰਨ ਭਗਤ ਜਿਹੜਾ ਹੈ ਉਹ ਗੋਲੀ ਨੂੰ ਕਹਿੰਦਾ ਹੈ। ਗੋਲੀ ਜਿਹੜੀ ਉਹ ਖੈਰ ਲੈ ਕੇ ਆਉਂਦੀ ਹੈ ਤੇ ਉਹ ਗੋਲੀ ਨੂੰ ਬਾਦੀ ਨੂੰ ਪੂਰਨ ਭਗਤ ਕੀ ਕਹਿੰਦਾ ਹੈ? ਜ਼ਾਹਰਾ ਗੋਲੀ ਨੂੰ ਕਹੇ ਪੂਰਨ, ਗੱਲ ਰਾਣੀ ਨੂੰ ਆ ਕੇ ਖੈਰ ਪਾਏ। ਅਸੀਂ ਹੈਰ ਲੈਣਾ ਰਾਣੀ ਸੁੰਦਰਾਂ ਤੋਂ, ਤੁਸਾਂ ਗੋਲੀਆਂ ਤੋਂ ਨਹੀਂ ਲੈਣ ਆਏ। ਪੂਰਨ ਕਿਹਾ ਤਾਂ ਗੋਲੀ ਨਾ ਉਜ਼ਰ ਕੀਤਾ, ਪਿਛਾ ਪਰਤ ਕੇ ਰਾਣੀ ਦੇ ਕੋਲ ਜਾਏ। ਕਾਦਰ ਯਾਰ ਮੀਆਂ ਰਾਣੀ ਸੁੰਦਰਾਂ ਨੂੰ ਪਾਸ ਆ ਕੇ ਤਾਨ ਦੀ ਕਰਦ ਲਾਏ। ਅਰਜ਼ਮੰਦ ਰਾਣੀਏ ਕਹੀਏ ਗੋਲੀ ਆ ਕੇ ਰਾਣੀ ਸੁੰਦਰਾਂ ਨੂੰ ਕਹਿੰਦੀ ਹੈ, ਅਰਜ਼ਮੰਦ ਰਾਣੀਏ ਕਹੇ ਗੋਲੀ, ਤੈਨੂੰ ਸੂਰਤ ਦਾ ਵੱਡਾ ਮਾਨ ਮੋਈਏ। ਆਇਆ ਇੱਕ ਕੋਈ ਫਕੀਰ ਇੱਥੇ, ਵੇਖ ਹੋਈ ਹਾਂ ਮੈਂ ਹੈਰਾਨ ਮੋਈਏ। ਤੇਰੇ ਕੋਲੋਂ ਹੈ ਸੋਹਣਾ 10 ਹਿੱਸੇ, ਭਾਵੇਂ ਤੇਰੇ ਕੋਲੋਂ ਹੈ ਸੋਹਣਾ 10 ਹਿੱਸੇ, ਭਾਵੇਂ ਗੈਰਤਾਂ ਦਿਲ ਵਿੱਚ ਜਾਨ ਮੋਈਏ। ਕਾਦਰ ਯਾਰ ਮੈਥੋਂ ਨਹੀਂ ਖੈਰ ਲੈਂਦਾ, ਤੇਰੇ ਦੇਖਣ ਨੂੰ ਖੜਾ ਆਨ ਮੋਈਏ। ਪੂਰਨ ਨੂੰ ਵੇਖਦੇ ਹੀ ਸੁੰਦਰਾਂ ਦਾ ਵਿਕ ਜਾਣਾ। ਗਜ਼ਬ ਆਇਆ ਰਾਣੀ ਸੁੰਦਰਾਂ ਨੂੰ, ਬਾਰੀ ਖੋਲ ਜਰੋਕੇ ਦੇ ਵਿੱਚ ਆਈ। ਗਜ਼ਬ ਆਇਆ ਰਾਣੀ ਸੁੰਦਰਾਂ ਨੂੰ, ਬਾਰੀ ਖੋਲ ਕੇ ਜਰੋਕੇ ਦੇ ਵਿੱਚ ਆਈ। ਕਰ ਨਜ਼ਰ ਫਕੀਰ ਦੇ ਵੱਲ ਡਿੱਠਾ, ਸੂਰਤ ਵੇਖਦਿਆਂ ਦਿਲੇ ਮੋ ਸਿੱਖ ਦਾਨੀ। ਆਖੇ ਖੋਲੀਏ ਨੀ ਇਹਨੂੰ ਸਦ ਅੰਦਰ, ਆਖੇ ਗੋਲੀਏ ਨੀ ਇਹਨੂੰ ਸਦ ਅੰਦਰ। ਕਹੇ ਸੂਰਤ ਇਹਦੀ ਮੇਰੇ ਮਨ ਭਾਈ, ਕਾਦਰ ਯਾਰ ਆਖੇ ਜੋਗੀ ਆ ਅੰਦਰ। ਰਾਣੀ ਸੁੰਦਰਾਂ ਦੇ ਮਨ ਮਿਹਰਬਾਨੀ। ਫਕੀਰ ਆਖੇ ਪੂਰਨ ਭਗਤ ਅਗੂ ਰਾਣੀ ਸੁੰਦਰਾਂ ਜਿਹੜੀ ਹੈ ਉਹ ਪੂਰਨ ਭਗਤ ਨੂੰ ਦਾਵਤ ਦਿੰਦੀ ਕਿ ਤੂੰ ਅੰਦਰ ਆ। ਅੱਗੂ ਜਿਹੜਾ ਪੂਰਨ ਭਗਤ ਹੈ ਉਹ ਰਾਣੀ ਸੁੰਦਰਾਂ ਨੂੰ ਕੀ ਜਵਾਬ ਦਿੰਦਾ? ਫਿਰ ਆਖੇ ਪੂਰਨ ਭਗਤ ਅੱਗੂ, ਅੰਦਰ ਜਾਣ ਫਕੀਰਾਂ ਦਾ ਕਰਮ ਨਹੀਂ, ਬਾਹਰ ਆ ਕੇ ਰਾਣੀ ਨੂੰ ਖੈਰ ਪਾਏ। ਅਸੀਂ ਫਕਰ ਹਾਂ ਤੇ ਛਪਣਾ ਧਰਮ ਨਹੀਂ, ਅਸੀਂ ਆਏ ਹਾਂ ਤਲਬ ਦੀਦਾਰ ਦੀ ਨੂੰ। ਕੋਈ ਹੋਰ ਸਾਡੇ ਮਨ ਭਰਮ ਨਹੀਂ, ਕਾਦਰ ਯਾਰ ਅਸੀਲਾਂ ਦੇ ਅਸੀਂ ਚਾਹੇ ਜਾਏ। ਕੋਈ ਜਾਤ ਕਜਾਤ ਬੇਸ਼ਰਮ ਨਹੀਂ। ਕਫਲ ਸੰਦੂਕ ਦਾ ਖੋਲ ਰਾਣੀ, ਬੜੀ ਬੋਰੀ ਉਲਟ ਕੇ ਢੇਰ ਕਰਦੀ। ਹੀਰੇ ਲਾਲ ਜਵਾਹਰ ਹੋਰ ਪਾਏ, ਬਾਰ ਥਾਲ ਲਿਆਵਦੀ ਪੂਰ ਜ਼ਰਦੀ। ਰਾਣੀ ਸੁੰਦਰਾ ਮੁਖ ਤੂੰ ਲਾਹੇ ਪੜਦਾ, ਚਰਨ ਚੁੱਭ ਕੇ ਪੈਰ ਤੇ ਸੀਸ ਧਰਦੀ। ਕਾਦਰ ਯਾਰ ਕਹੇ ਖੜੇ ਹੋ ਕੇ ਰਹੋ ਇੱਥੇ,
रोज रहांगी होई गुलाम बरदी। करम करो वसो पास मेरे, खुली एक मैं अज गुजारनी हाँ। अंदर चलो तां रंग महल ताई, तो सक फर्श विछा बहावनी हाँ। करा टहल जो तुसां दी खुशी होवे, भोजन खाओ तां तुरत पकावनी आ। कादर यार खड़ी रानी अर्ज कर दी, गड़ी रहो तां जीव का पावनी आ। लियाई के बेचिया कहे पूरन, लिहाई के बेचिया कहे पूरन, अंदर वाड़ बनाओ ना चोर सानू। अगे एक फाई विचू लंघ आए। पूरन भगत कहता है कि लियाई बछा कहे पूरन, अंदर वाड़ बनाओ ना चोर सानू। अगे एक फाई विच असी लंघ आए, हुण कीजिए पाओ ना होर सानू। महलों विच सहावदे तुसी राजे, असी जांदड़े भले हाँ टोर सानू। कादर यार फिर भोजन दी भुख नाही, सवा पहर दी वाट ना मोड़ सानू। मिन्नता करे ना रहे पूरन, लैके बिछिया गुरु दे कोल आया। हथ जोड़ के कहंदा गुरु नाथ अगे, मैं तां रूबरू जाई के खैर ले आया। गोरखनाथ ते देख के हैरान होया, हीरे लाल जवाहर किस पाया। कादर यार कहंदा रानी सुंदरा ने, ये हैर तुसां वल ये गलाया। पूरन दा हीरे जवाहर बोलना, क्योंकि जदों वो हीरे लैके खैर लैके रानी सुंदरा कोलों पूरन जिहड़ा वो अपने गुरु गोरखनाथ के सामने पेश की थी, तो उन्हें हुक्म किया इनू वापस करके आ। तो अगे ये बारे च कादर यार मियाँ साहब लिखते ने, नहीं ये दौलतां कम साडे। गोरखनाथ साहब कहते हैं कि नहीं ये दौलतां कम साडे। गुरु आहदे मोड़ ले जाओ पुता, माया लोभ फकीरां दा कम नाही। पक्कियां भोजन मंग ले आओ पोता, फकीर जे ना दौलत होर को फकर जई ना दौलत होर कोई, सानू दिती है आप अल्लाह पोता। कादर यार जवारां नू रोड़ जानो, ये दौलतां दुनिया हवाओ पोता। नहीं है दौलत कम साडे, गुरु आहदा मोड़ ले आओ ले जाओ पोता। माया लोभ फकीरां दा कम नाही, पक्किया भोजन मंग ले आओ पोता। फकर जई ना दौलत होर कोई, सानू दिती है आप अल्लाह पोता। कादर यार जवाहरां नू रोड़ जानो, ये दौलतां दुनिया हवा पोता। वंजन लगा अगले बलक पूरन, मोती मोड़ने नू शहर वल अते रानी सुंदरा उस दा राह तके। खड़ी देखदी रंग महल उत्ते, जानी जान फकीरां दा रब वाली। पूरन जाई वड़िया गड़ी वक्त उत्ते, कादर यार पूरन इसदा गाहक नहीं। रानी लोड़दी सी जड़ी गल उत्ते, हस के आई सलाम कर दी। रानी सुंदरा पूरन भगत ताई, पूरन भगत उल्ट के आखे आसू। मोती साम रानी साडे कम नाही, पक्के भोजन दी दिल नू चाह हैगी। अच्छा हई तां तुरत पका ले आई, कादर यार मेरे गुरु हफा हुंदा। लाल मोतियां हीर न चत लाई, लियाई के हीरे जवाहरां नू पूरन सुंदरां दे पल्ले पावंदा ई। रानी सुंदरा देख बेताब हुई, रानी सुंदरा देख बेताब होई। पूरन दे मोती सुरत जावदा ई। रानी सुंदरा भोजन पकान लगी, रानी सुंदरा भोजन पकान लगी। पूरन गुरु जी दे पास आवदा ई। कादर यार पूरन जाई गुरु अगे, हथ बन के सीस नवावदा ई। आदि सूरत है रिस्क अद्धा, जेकर आप किसे नू रब देवे। सूरत वध जे किसे दे वल वेखे, सब कोई बलावदा
ਹੱਸ ਕੇ ਵੇ, ਮਾਰੇ ਸੂਰਤਾਂ ਦੇ ਮਰ ਗਏ ਆਸ਼ਿਕ, ਨਹੀਂ ਹੁਸਨ ਦਰਦ ਫਰਾ ਕੇ ਵੇ, ਕਾਦਰ ਯਾਰ ਪਰਵਾਹ ਕੀ ਸੋਹਣਿਆਂ ਨੂੰ, ਜਿਹਨੇ ਹੁਸਨ ਦੀ ਮੰਗੀ ਮੁਰਾਦ ਲੈਵੇ। ਫਿਰ ਰਾਣੀ ਸੁੰਦਰਾ ਜਿਹੜੀ ਹੈ ਉਹ ਬਾਬਾ ਗੋਰਖਨਾਥ ਕੋਲ ਆਉਂਦੀ ਹੈ, ਯਾਦ ਕੀਤੀ ਖੋਲ ਚੀਜ਼ ਸਾਰੀ, ਪੂਰਨ ਆਹਦਾ ਗੁਰੂ ਜੀ ਆਉਂਦੀ ਏ। ਰਾਣੀ ਸੁੰਦਰਾ ਮੁਖਤੂ ਲਾ ਪੜਦਾ, ਹੱਥ ਬੰਨ ਕੇ ਸੀਸ ਨਵਾਉਂਦੀ ਏ। ਛੇਤੀ ਭੋਜਨ ਗੁਰੂ ਦੇ ਰੱਖ ਅੱਗੇ, ਆਰਜ਼ੀ ਹੋ ਕੇ ਅਰਜ਼ ਫਰਮਾਉਂਦੀ ਏ। ਕਾਦਰ ਯਾਰ ਅਸੀਂ ਖੜੇ ਦੇਖਣੇ ਨੂੰ, ਰਾਣੀ ਕੀ ਇਨਾਮ ਲਿਆਉਂਦੀ ਏ। ਇਹ ਤੀਸਰਾ ਹਿੱਸਾ ਪਾर्ट 3 तीसरी सी हरफी जड़ी है ये पूरी हो गई है। अल्लाह ताला हमें आसानियाँ अता फरमाए और अल्लाह ताला हमें आसानियाँ तकसीम करने का शरफ़ अता फरमाए और अल्लाह ताला हमें बुज़ुर्गान दीन की सिफ़ात को अपनाने और उजागर करने का शरफ़ और मर्तबा और मकाम और शान अता फरमाए। नूर वाले।